मेरे सतगुरु मिलेंगे, पूछेंगे कुछ बात, आद अंत की सब कहूँ और अंतर की बात। ਅੱਜ-ਕੱਲ ਇਸ ਤੇਜ਼ ਦੌੜ ਭਰੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਨਸਾਨ ਨੂੰ ਕੁਝ ਨਵੀਆਂ ਬਿਮਾਰੀਆਂ ਲੱਗ ਗਈਆਂ ਹਨ। ਇਹਨੂੰ ਆਪਾਂ ਕਹਿੰਦੇ ਹਾਂ ਐਂਜ਼ਾਈਟੀ, ਡਿਪਰੈਸ਼ਨ, ਚਿੰਤਾ ਦੀ ਬਿਮਾਰੀ, ਸੋਚਣ ਦੀ ਬਿਮਾਰੀ, ਡਰ ਦੀ ਬਿਮਾਰੀ। ਆਪਾਂ ਇੱਕ ਕਮਰੇ ਦੇ ਵਿੱਚ ਬੰਦ ਹੋ ਕੇ ਰਹਿਣ ਲੱਗ ਜਾਂਦੇ ਹਾਂ ਤੇ ਅੱਜ ਮੈਂ ਇਹਨਾਂ ਦਾ ਹੀ ਜਿਹੜਾ ਸਮਾਧਾਨ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ। ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਇਹਦਾ ਸੋਲੂਸ਼ਨ ਤੁਹਾਡੇ ਸਾਹਮਣੇ ਰੱਖ ਸਕਾਂ। ਇਹ ਜਿਹੜੀ ਸਾਖੀ ਹੈ, ਪਹਿਲਾਂ ਤੁਸੀਂ ਸਮਝੋ ਕਿ ਕੀ ਆਪਾਂ ਉਹ ਬੱਤਖ ਤਾਂ ਨਹੀਂ, ਤਾਂ ਸਮਝਦੇ ਹਾਂ ਇਸ ਸਾਖੀ ਨੂੰ। ਇੱਕ ਵਾਰੀ ਇੱਕ ਘਣੇ ਜੰਗਲ ਦੇ ਵਿੱਚ ਇੱਕ ਨਦੀ ਸੀ। ਉਸ ਨਦੀ ਦੇ ਵਿੱਚ ਕੁਝ ਬੱਤਖ ਰਹਿੰਦੀਆਂ ਹੁੰਦੀਆਂ ਸੀ, ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਡਕਸ ਕਹਿੰਦੇ ਹਾਂ। ਉਹ ਬੜੇ ਪਿਆਰ ਦੇ ਨਾਲ ਇਕੱਠੇ ਉਸ ਪਾਣੀ ਦੇ ਵਿੱਚ ਤੈਰ ਰਹੀ ਸੀ। ਤੈਰਦੇ ਤੈਰਦੇ ਉਹਨਾਂ ਵਿੱਚੋਂ ਖਿਆਲ ਆਇਆ ਕਿ ਉਹਨਾਂ ਨਦੀ ਤੋਂ ਪਾਰ ਚੱਲੀਏ। ਤਾਂ ਸਾਰੀ ਜਿਹੜੀ ਉਹ ਡਕਸ ਹੈ, ਉਹ ਜਿਹੜੀ ਬੱਤਖ ਹਨ, ਉਹ ਪਾਰ ਆ ਕੇ ਕਿਨਾਰੇ ਤੇ ਬੈਠ ਜਾਂਦੀ ਹੈ। ਉਹਨਾਂ ਵਿੱਚੋਂ ਉਹ ਧੂਪ ਸੇਕਣਾ ਸ਼ੁਰੂ ਕਰ ਦਿੰਦੀਆਂ ਹਨ। ਤभी ਉਹਨਾਂ ਵਿੱਚੋਂ ਇੱਕ ਬੱਤਖ उधर से निकल के किसी रेजिडेंशियल इलाके में पहुंच जाती है, जिथे लोकी रहंदे हुंदे सी। उत्थे जाके वो चलती रहंदी है। अंधेरा हो जाता है तो वो एक गटर दे विच गिर जाती है। गटर दा जिहड़ा वो बॉक्स सी, वो ढक्कन सी, वो खुला होया सी, तो बत्तख उहदे विच गिर जाती है। हुण जिहड़ियां होर बत्तखां हन, वो अपना फिर नदी दे विच चली जांदियां हन। उन्हां नूं एहसास नहीं होंदा कौन विछड़ गया। अब वो जिहड़ी बत्तख है, वो अंदर उस गटर दे विच तड़पती रहंदी है, डरती रहंदी है। उन्हां नूं ऑक्सीजन तां उत्थे आ रही सी, तां करके वो जिंदा सी, ते वो उत्थे पड़ी रहंदी है। अगले दिन एक भला मानस आके देखदा है कि गटर तो कुछ आवाज आ रही है। स्वाभाविक बत्तख की आवाज आ रही सी। तो वह भला मानस हिम्मत करके उस बत्तख नूं बाहर निकालदा है ते ओनू फिर उस नदी के किनारे दे विच रख दिंदा है कि ये फिर उत्थे चली जाएगी। लेकिन एक दो दिन बाद वो फिर मुड़ के आउंदा है, देखदा है कि बत्तख नूं वो जिथे बिठा के गया सी, बत्तख उत्थे ही बैठी है। फिर उहदी नजर दूसरे पासे जाती है कि कुछ चिड़ियां बत्तखां हन, 3-4 बत्तख वो एक पासे बैठी है ते वो जिहड़ी उन्हां नूं छड़ के गया सी, वो एक पासे बैठी है। तो फिर उन्होंने एहसास हुंदा है कि ये जिहड़ी बत्तख है, इनू डर बैठ गया है। हुण ये पानी तो डरन लग गई है। इनू लग गया है कि इनू पानी तो खतरा है। ये अंतर नहीं कर पाई कि वो गटर दा पानी सी, ये नदी दा पानी है। ਤਾਂ ਉਹ ਡਰ ਦੇ ਵਿੱਚ ਉੱਥੇ ਬੈਠੀ ਰਹੀ ਤੇ ਉਸ ਡਰ ਦੇ ਵਿੱਚ ਇੱਕ ਦਿਨ ਆਪਣੀ ਜਾਨ ਗਵਾ ਬੈਠ ਗਈ। ਤੇ ਆਪਾਂ ਵੀ ਜਿਨ੍ਹਾਂ ਨੂੰ ਵੀ ਐਂਜ਼ਾਈਟੀ, ਡਿਪਰੈਸ਼ਨ ਜਾਂ ਟਰਾਮਾ ਦੀ ਬਿਮਾਰੀ ਹੈ, ਆਪਾਂ ਵੀ ਕਿਤੇ ਨਾ ਕਿਤੇ ਉਹ ਬੱਤਖ ਦੀ ਤਰ੍ਹਾਂ ਹਾਂ, ਕਿਉਂਕਿ ਆਪਾਂ ਆਪਣੀ ਸੋਚ ਵਿਚਾਰ ਦੀ ਜ਼ਿੰਦਗੀ ਨੂੰ ਦੇਖਦੇ ਹੋਏ ਵੀ ਮਾਲਕ ਨੇ ਸਾਨੂੰ ਉਹ ਸੈਂਸ ਆਫ ਡਿਸਕ੍ਰਿਮੀਨੇਸ਼ਨ ਦਿੱਤੀ ਹੈ, ਉਹ ਵਿਵੇਕ ਦੀ ਤਾਕਤ ਦਿੱਤੀ ਹੈ। ਫਿਰ ਵੀ ਆਪਾਂ ਉਸ ਟਰਾਮਾ ਤੋਂ ਪਾਰ ਨਹੀਂ ਨਿਕਲ ਰਹੇ ਹਾਂ। ਕਦੇ ਕਦੇ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ, ਕੋਈ ਵਿਅਕਤੀ, ਕੋਈ ਪਰਿਸਥਿਤੀ ਸਾਨੂੰ ਇਹੋ ਜਿਹਾ ਟਰਾਮਾ ਦੇ ਜਾਂਦੀ ਹੈ ਕਿ ਸਾਨੂੰ ਹਰ ਇੱਕ ਬੰਦੇ ਦੇ ਉੱਤੇ ਉਹ ਸ਼ੱਕ ਜਾ ਹੋਣ ਲੱਗ ਜਾਂਦਾ ਹੈ ਤੇ ਆਪਾਂ ਵਿਸ਼ਵਾਸ ਨਹੀਂ ਕਰਦੇ। ਤੇ ਇਹ ਜਿਹੜੀ ਐਂਜ਼ਾਈਟੀ, ਡਿਪਰੈਸ਼ਨ ਦੀ ਬਿਮਾਰੀ ਹੈ, ਇਹ ਮਾਲਕ ਨੇ ਨਹੀਂ ਦਿੱਤੀ, ਇਹ ਇਨਸਾਨ ਨੇ ਖੁਦ ਬਣਾਈ ਹੈ। ਇਹ ਇਨਸਾਨ ਦੀ ਸੋਚ ਕਰਕੇ ਬਣਾਈ ਹੈ। ਆਪਾਂ ਸੋਚੋ
ਉਹ ਤਾਂ ਬੱਤਖ ਸੀ, ਉਹਨਾਂ ਦੇ ਕੋਲੋਂ ਉਹ ਦਿਮਾਗ ਨਹੀਂ ਸੀ, ਤਾਂ ਕਰਕੇ ਉਹ ਵਿਚਾਰੀ ਆਪਣੀ ਜਾਨ ਗਵਾ ਬੈਠ ਗਈ। ਲੇਕਿਨ ਇਨਸਾਨ ਦੇ ਕੋਲ ਤਾਂ ਉਸ ਮਾਲਕ ਨੇ ਉਹ ਦਿਮਾਗ ਦਿੱਤਾ ਹੈ, ਉਹ ਸੋਚੀ ਦਿੱਤੀ ਹੈ। ਜਿਹੜੇ ਲੋਕਾਂ ਸਤਸੰਗ ਦੇ ਨਾਲ ਜੁੜੇ ਹੋਏ ਹਨ, ਜਿਹੜੇ ਇਸ ਦੁਨੀਆ ਦੀ ਸੱਚਾਈ ਜਾਣਦੇ ਹਾਂ, ਉਹਨਾਂ ਨੂੰ ਕਿਵੇਂ ਡਿਪਰੈਸ਼ਨ ਐਂਜ਼ਾਈਟੀ ਹੋ ਸਕਦੀ ਹੈ, ਸਾਨੂੰ ਸਮਝਣ ਦੀ ਲੋੜ ਹੈ। ਦੇਖੋ, ਇਹ ਜਿਹੜੀ ਜ਼ਿੰਦਗੀ ਹੈ ਨਾ, ਇੱਕ ਤਮਾਸ਼ਾ ਹੈ, ਇਸ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਇਹ ਜਿਹੜਾ ਸਰੀਰ ਹੈ ਜਿਸ ਦੇ ਵਾਸਤੇ ਆਪਾਂ ਭੱਜਦੇ ਫਿਰਦੇ ਹਾਂ, ਇਹਨਾਂ ਦੀ ਜਿਹੜੀ ਹੱਦ ਹੈ ਉਹ ਸ਼ਮਸ਼ਾਨ ਘਾਟ ਤੱਕ ਹੈ, ਇਹ ਉਸ ਤੋਂ ਅੱਗੇ ਨਹੀਂ ਜਾ ਸਕਦਾ। ਤਾਂ ਫਿਰ ਆਪਾਂ ਕਿਸ ਦੇ ਲਈ ਭੱਜ ਰਹੇ ਹਾਂ? ਇਹ ਨਹੀਂ ਕਿ ਆਪਾਂ ਨੂੰ ਕਮਾਉਣਾ ਨਹੀਂ ਚਾਹੀਦਾ ਜਾਂ ਆਪਣੀ ਜ਼ਿੰਮੇਵਾਰੀ ਤੋਂ ਹੱਥ ਪੈਰ ਝਾੜ ਲੈਣੇ ਚਾਹੀਦੇ ਹਨ। ਕਮਾਓ, ਜ਼ਰੂਰ ਕਮਾਓ, ਮਿਹਨਤ ਕਰੋ, ਜ਼ਿੰਮੇਵਾਰੀ ਨਿਭਾਓ, ਲੇਕਿਨ ਕਿਤਨਾ? ਉਤਨਾ ਜਿਤਨਾ ਸ਼ਾਮ ਨੂੰ ਨੀਂਦ ਆ ਸਕੇ। ਮੈਂ ਤੁਹਾਨੂੰ ਦੱਸਾਂ, ਲੋਕੀ ਇੰਨੇ ਵੱਡੇ ਵੱਡੇ ਮਹਿਲ ਦੇ ਰਾਜੇ ਹਨ, ਫਿਰ ਵੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਇੱਕ ਡਾਕਟਰ ਉਹਨਾਂ ਦੇ ਕੋਲੋਂ ਬੈਠੇ ਰਹਿੰਦਾ ਹੈ, ਉਹ ਰਾਤ ਨੂੰ ਸੌਂਦੇ ਹਾਂ ਨੀਂਦ ਦੀ ਗੋਲੀ ਲੈ ਕੇ, ਸਵੇਰੇ ਉੱਠਣ ਤੋਂ ਬਾਅਦ ਫਿਰ ਇੱਕ ਗੋਲੀ ਲੈਂਦੇ ਆ, ਕਿਉਂਕਿ ਉਹਨਾਂ ਨੂੰ ਗੋਲੀ ਤੇ ਚੱਲ ਕੇ ਆ ਰਹੀ ਹੈ। ਉਹ ਮਹਿਲ ਮਨਾਰੇ ਦੇ ਵਿੱਚ ਰਹਿੰਦੇ ਹੋਏ ਵੀ ਉਹ ਜ਼ਿੰਦਗੀ ਨਹੀਂ ਜੀ ਪਾ ਰਹੇ ਹਨ। ਦੇਖੋ, ਅੱਜ ਕੱਲ ਇਨਸਾਨ ਉਹ ਸਭ ਤੋਂ ਵੱਡਾ ਅਮੀਰ ਹੈ ਜਿਹੜਾ ਆਪਣੇ ਘਰ ਦੇ ਵਿੱਚ ਰਾਤ ਨੂੰ ਵਾਪਸ ਆਉਂਦਾ ਹੈ, ਆਪਣੇ ਬੱਚਿਆਂ ਦੇ ਨਾਲ ਰਹਿੰਦਾ ਹੈ ਤੇ ਰਾਤ ਨੂੰ ਚੈਨ ਦੀ ਨੀਂਦ ਸੁੱਤਾ ਹੈ। ਉਸ ਤੋਂ ਅਮੀਰ ਇਨਸਾਨ ਨਹੀਂ ਹੋ ਸਕਦਾ। ਚਿੰਤਾਵਾਂ ਸਾਡੇ ਹੱਥ ਦੇ ਵਿੱਚ, ਕਾਦੇ ਲਈ ਚਿੰਤਾ ਕਰਨੀ ਹੈ? ਕੌਣ ਸਾਡੇ ਵਾਸਤੇ ਰਹੂਗਾ? ਵੱਡੇ ਵੱਡੇ ਰਾਜੇ ਮਹਾਰਾਜੇ ਇਸ ਦੁਨੀਆ ਦੇ ਵਿੱਚ ਆਏ ਕਿ ਉਹ ਵਾਪਸ ਆ ਰਹੇ ਹਨ, ਦੇਖਣ ਕਿ ਮੇਰੇ ਮਹਿਲਾਂ ਨੂੰ ਕੌਣ ਦੇਖ ਰਿਹਾ ਹੈ? ਉਹ ਭਰਾਵਾ, ਸਭ ਨੇ ਫਨਾ ਹੋ ਜਾਣਾ ਹੈ, ਸਭ ਨੇ ਇੱਕ ਦਿਨ ਨਾਸ਼ ਹੋ ਜਾਣਾ ਹੈ। ਕਿਹਦੇ ਲਈ ਚਿੰਤਾ ਕਰਨੀ ਹੈ? ਰੋਜ਼ ਆਪਾਂ ਦੇਖਦੇ ਹਾਂ ਕੋਈ ਨਾ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਚਲਾ ਜਾਂਦਾ ਹੈ, ਕਿ ਆਪਾਂ ਉਹਨਾਂ ਨੂੰ ਰੋਕ ਸਕੇ? ਆਪਾਂ ਨੇ ਵੀ ਇੱਕ ਦਿਨ ਚਲੇ ਜਾਣਾ ਹੈ। ਲੋਕੀ 2-3 ਦਿਨ ਸਾਡੀਆਂ ਗੱਲਾਂ ਕਰਨਗੇ, ਚੌਥੇ ਦਿਨ ਆਪਣੇ ਕੰਮ ਦੇ ਤੁਰ ਜਾਣਗੇ। ਸਾਡੀ ਜਿਹੜੀ ਹਸਤੀ ਹੈ ਉਹ ਇੱਕ ਦਿਨ ਖਤਮ ਹੋ ਜਾਵੇਗੀ। ਸਾਨੂੰ ਸਮਝਣ ਦੀ ਲੋੜ ਹੈ। ਇਹ ਜਿਹੜੀਆਂ ਐਂਜ਼ਾਈਟੀਆਂ ਹਨ, ਜਿਹੜੀ ਡਿਪਰੈਸ਼ਨ ਆਪਾਂ ਲੈ ਕੇ ਬੈਠੇ ਹੋਏ ਹਨ ਨਾ, ਇਹਨਾਂ ਨੇ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਾ ਹੈ। ਕੀ ਹੋਵੇਗਾ ਸੋਚਣ ਦੇ ਨਾਲ? ਕਦੇ ਸੋਚਣ ਦੇ ਨਾਲ ਕੁਝ ਹੋ ਸਕਦਾ ਹੈ? ਬਾਣੀ ਦੇ ਵਿੱਚ ਆਉਂਦਾ ਹੈ, ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਕਿ ਭਾਵੇਂ ਤੁਸੀਂ ਲੱਖਾਂ ਵਾਰ ਸੋਚਦੇ ਰਹੋ, ਸੋਚਣ ਦੇ ਨਾਲ ਨਹੀਂ ਹੋਣ ਲੱਗਾ, ਕਰਨ ਦੇ ਨਾਲ ਹੋਵੇਗਾ। ਠੀਕ ਹੈ, ਜ਼ਿੰਦਗੀ ਦੇ ਵਿੱਚ ਕਦੇ ਕਦੇ ਕੁਝ ਪਰਿਸਥਿਤੀਆਂ ਇਹੋ ਜਿਹੀਆਂ ਹੋ ਜਾਂਦੀਆਂ ਹਨ, ਕੁਝ ਇਹੋ ਜਿਹੇ ਪਲ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦੇ ਹਨ ਕਿ ਆਪਾਂ ਉਸ ਟਰੋਮਾ ਤੋਂ ਪਾਰ ਨਹੀਂ ਆ ਪਾਉਂਦੇ। ਲੇਕਿਨ ਇਹਦਾ ਇਹ ਮਤਲਬ ਤਾਂ ਨਹੀਂ ਕਿ ਦੁਨੀਆ ਖਤਮ ਹੋ ਗਈ। ਆਪਾਂ ਨੂੰ ਫਿਰ ਦੁਬਾਰਾ ਸਟਾਰਟ ਕਰਨ ਦੀ ਲੋੜ ਹੈ। ਵਿਸ਼ਵਾਸ ਰੱਖੋ, ਆਪਾਂ ਉਸ ਪ੍ਰਤੀ ਪਰਮੇਸ਼ਵਰ ਦੇ ਬੱਚੇ ਹਾਂ, ਉਸ ਰੱਬ ਦੇ ਬੱਚੇ ਹਾਂ ਜਿਨ੍ਹਾਂ ਨੂੰ ਸਾਨੂੰ ਜਨਮ ਦਿੱਤਾ ਹੈ। ਠੀਕ ਹੈ, ਅੱਜ ਸਾਡੀ ਕਿਸਮਤ ਕਰਕੇ ਆਪਾਂ ਮਾੜੇ ਹਾਲਾਤ ਦੇ ਵਿੱਚ ਹੋ ਸਕਦੇ ਹਨ, ਲੇਕਿਨ ਜੇ ਆਪਾਂ ਨੂੰ ਪੂਰਨ ਗੁਰੂ ਮਿਲਿਆ ਹੈ, ਜੇ ਸਾਨੂੰ ਉਹ ਨਾਮਦਾਨ ਮਿਲਿਆ ਹੈ, ਤਾਂ ਭਾਈ ਸਾਡੇ ਤੋਂ ਵੱਡਾ ਅਮੀਰ ਨਹੀਂ ਕੋਈ ਹੋ ਸਕਦਾ। ਆਪਾਂ ਆਪਣਾ ਮੂੰਹ ਨੂੰ ਉੱਪਰ ਦੀ ਤਰਫ ਕਰਕੇ ਬੈਠੇ ਹੋਏ ਹਨ, ਤਾਂ ਕਰਕੇ ਸਾਨੂੰ ਇਹ ਜਿਹੜੀਆਂ ਚੀਜ਼ਾਂ ਹਨ ਉਹ ਤੰਗ ਕਰਦੀਆਂ ਹਨ। ਕਦੇ ਆਪਣੀ ਜ਼ਿੰਦਗੀ ਦੇ ਨੀਚੇ ਦੇਖੋ, ਉਨ ਲੋਕਾਂ ਨੂੰ ਵੇਖੋ ਕਿ ਜਿਹੜੀ ਜ਼ਿੰਦਗੀ ਤੁਸੀਂ ਅੱਜ ਜੀ ਰਹੇ ਹੋ ਉਹ ਪਤਾ ਨਹੀਂ ਕਿੰਨਿਆਂ ਦਾ ਸੁਪਨਾ ਹੈ ਜੀਣਾ। ਉਹਨਾਂ ਲੋਕਾਂ ਤੋਂ ਪੁੱਛੋ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸ਼ਾਮ ਦੀ ਰੋਟੀ ਕਿੱਥੇ ਤੋਂ ਆਵੇਗੀ। ਉਹਨਾਂ ਤੋਂ ਪੁੱਛੋ ਜਿਨ੍ਹਾਂ ਦੇ ਕੋਲ ਵਿਚਾਰਿਆਂ ਨੂੰ ਅੱਜ ਠੰਡ ਦੇ ਵਿੱਚ ਉਹ ਪਹਿਨਣ ਨੂੰ ਲੱਤੇ ਨਹੀਂ ਹਨ, ਕੱਪੜੇ ਨਹੀਂ ਹਨ, ਕਿ ਕਿਵੇਂ ਆਪਣਾ ਸਰੀਰ ਢੱਕ ਸਕੀਏ। ਤਾਂ ਕਦੇ ਸਾਨੂੰ ਸ਼ੁਕਰ ਕਰਨ ਦੀ ਲੋੜ ਹੈ। ਆਪਾਂ ਸ਼ੁਕਰ ਕਰਾਂਗੇ ਤਾਂ ਸਾਨੂੰ ਮਿਲੂਗਾ। ਐਂਜ਼ਾਈਟੀ ਡਿਪਰੈਸ਼ਨ ਦੇ ਨਾਲ ਨਹੀਂ ਕੁਝ ਹੋਣ ਲੱਗਾ। ਸੋਚੀ ਜਾਓ, ਸੋਚਣ ਦੇ ਨਾਲ ਕਿਵੇਂ ਹੋ ਸਕਦਾ ਹੈ ਭਰਾ? ਸਾਰੀ ਜ਼ਿੰਦਗੀ ਦੇ ਵਿੱਚ, ਸਭ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹਨ ਕਿ ਉਹ ਬੰਦਾ ਸੋਚਦਾ ਹੈ। ਪਲੈਨਿੰਗ ਕਿਸ ਦੀ ਕਰਨੀ ਹੈ ਭਰਾਵਾ? ਪਲੈਨਿੰਗ ਉਸ ਦੀ ਚੱਲਣੀ ਹੈ ਕਿ ਸਾਡੇ ਪਲਾਨ ਦੇ ਨਾਲ ਕੁਝ ਹੋ ਸਕਦਾ ਹੈ? ਨਹੀਂ ਹੋ ਸਕਦਾ। ਪਲੈਨਿੰਗ ਕਰੋ, ਲੇਕਿਨ ਓਨੀ ਕਰੋ ਜਿੰਨੀ ਨਿਭ ਸਕੇ। ਆਪਾਂ ਤਾਂ 50-50 ਸਾਲ ਦੀ ਪਲੈਨਿੰਗ ਕਰਕੇ ਬੈਠ ਜਾਂਦੇ ਹਾਂ, ਉਸ ਚੀਜ਼ ਨੂੰ ਫਿਰ ਸੋਚਣ ਲੱਗ ਜਾਂਦੇ ਹਨ,
ਫਿਰ ਉਹ ਚੀਜ਼ ਦਿਮਾਗ ਦੇ ਉੱਤੇ ਪ੍ਰੈਸ਼ਰ ਪਾਉਂਦੀ ਹੈ, ਫਿਰ ਇਹ ਬਿਮਾਰੀ ਬਣ ਜਾਂਦੀ ਹੈ, ਫਿਰ ਆਪਾਂ ਗੋਲੀ ਦੇ ਸਹਾਰੇ ਚੱਲਦੇ ਹਾਂ। ਜੇ ਤੁਸੀਂ ਇਸ ਚੀਜ਼ ਤੋਂ ਨਿਕਲਣਾ ਚਾਹੁੰਦੇ ਹੋ, ਅੱਜ ਤੋਂ ਹੀ ਆਪਣੇ ਆਪ ਨੂੰ ਫ੍ਰੀ ਛੱਡ ਦਿਓ। ਫ੍ਰੀ ਛੱਡਣ ਦਾ ਮਤਲਬ ਹੈ ਕਿ हे ਮੇਰੇ ਮਾਲਿਕ, ਮੈਂ ਤਾਂ ਹਾਰ ਗਿਆ, ਹੁਣ ਤੁਸੀਂ ਦੇਖੋ, ਮੈਂ ਤਾਂ ਕਮਲਾ ਹਾਂ, ਤੁਸੀਂ ਹੁਣ ਮੇਰੀ ਜ਼ਿੰਦਗੀ ਸੁਧਾਰਨੀ ਹੈ, ਮੇਰੇ ਬਸ ਦਾ ਨਹੀਂ ਹੈ, ਮੈਂ ਤਾਂ ਤੁਹਾਡੇ ਹੱਥ ਦੀ ਕਠਪੁਤਲੀ ਹਾਂ, ਮੇਰੇ ਗੁਣ ਅਵਗੁਣ ਨਾ ਵਿਚਾਰੋ ਕੋਈ, ਮੈਨੂੰ ਆਪਣੇ ਸ਼ਰਨ ਦੇ ਵਿੱਚ ਲੈ ਲਓ, ਇਹੀ ਮੇਰਾ ਸਹਾਰਾ ਬਣੂਗਾ। ਜਿਸ ਦਿਨ ਤੁਸੀਂ ਇਸ ਚੀਜ਼ ਨੂੰ ਉਸ ਮਾਲਿਕ ਦੇ ਅੱਗੇ ਕਹਿ ਦਵੋਗੇ, ਫਿਰ ਉਹਦੀ ਜ਼ਿੰਮੇਵਾਰੀ ਹੈ, ਸਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈ। ਇਹ ਜਿਹੜੇ ਤੁਹਾਡੇ ਹੰਝੂ ਹੈ ਨਾ, ਇਹ ਜਿਹੜੇ ਆਂਸੂ ਤੁਹਾਡੀ ਅੱਖਾਂ ਦੇ ਵਿੱਚ ਆਉਂਦੇ ਹਨ, ਇਹ ਲੋਕਾਂ ਦੇ ਵਾਸਤੇ ਨਹੀਂ ਆਣੇ ਚਾਹੀਦੇ, ਇਹ ਉਸ ਪਰਮਾਤਮਾ ਦੇ ਵਾਸਤੇ ਆਣੇ ਚਾਹੀਦੇ ਹਨ, ਜਿਸ ਤੋਂ ਆਪਾਂ ਡਿਸਟਰੈਕਟ ਹੋ ਕੇ ਬੈਠੇ ਹਾਂ, ਸੈਪਰੇਟ ਹੋ ਕੇ ਬੈਠੇ ਹਾਂ, ਉਸ ਤੋਂ ਅਲੱਗ ਹੋ ਕੇ ਬੈਠੇ ਹਾਂ। ਪੁੱਛੋ ਇਹ ਆਂਸੂ ਆਪਣੇ ਤੇ ਉਠੋ, ਖੜੇ ਹੋ, ਹਿੰਮਤ ਰੱਖੋ, ਭਜਨ ਸਿਮਰਨ ਕਰੋ ਤੇ ਆਪਣੀ ਜ਼ਿੰਦਗੀ ਖੁਸ਼ੀ ਦੇ ਨਾਲ ਜੀਓ। ਜਿਹੜਾ ਕੁਝ ਵੀ ਮਾਲਕ ਨੇ ਦਿੱਤਾ ਹੈ, ਸ਼ੁਕਰ ਕਰੋ, ਸ਼ੁਕਰ ਕਰੋ, ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਆ। ਦੇਖੋ, ਜੇ ਤੁਹਾਡੇ ਆਲੇ ਦੁਆਲੇ ਕੋਈ ਇਹੋ ਜਿਹਾ ਵਿਅਕਤੀ ਹੈ, ਤੁਹਾਨੂੰ ਲੱਗਦਾ ਹੈ ਕਿ ਵਿਚਾਰਾ ਪਰੇਸ਼ਾਨ ਹੈ, ਉਹਦੇ ਨਾਲ ਗੱਲਬਾਤ ਕਰੋ। ਉਹਨੂੰ ਜੇ ਤੁਸੀਂ ਕੋਈ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰਨੀ ਚਾਹੀਦੀ ਹੈ, ਜਿੰਨਾ ਤੁਹਾਡੇ ਤੋਂ ਹੋ ਸਕੇ, ਆਪਣੀ ਹੈਸੀਅਤ ਦੇ ਅਨੁਸਾਰ। ਇਹ ਨਹੀਂ ਕਿ ਸਿਰਫ ਕਿਸੇ ਨੂੰ ਪੈਸੇ ਦੀ ਹੀ ਲੋੜ ਹੁੰਦੀ ਹੈ, ਕਦੇ-ਕਦੇ ਕਿਸੇ ਨੂੰ ਕੋਈ ਬਾਤ ਕਰਨ ਵਾਲਾ ਨਹੀਂ ਹੁੰਦਾ, ਉਸ ਦੇ ਘਰ ਦੇ ਵੀ ਸਾਰੇ ਇੰਨੇ ਬਿਜੀ ਹੋ ਜਾਂਦੇ ਹਨ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਕਿਸ ਤੋਂ ਗੱਲ ਕਰਾਂ। ਉਹਦੇ ਨਾਲ ਗੱਲਬਾਤ ਕਰੋ। ਤੇ ਆਪਣੇ ਘਰ ਦੇ ਵਿੱਚ ਵੀ ਜੇ ਤੁਸੀਂ ਕੋਈ ਕੰਮ ਕਰਦੇ ਹੋ ਤੇ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਬੋਲੋ, ਆਪਣੀ ਬੀਵੀ ਦੇ ਨਾਲ ਬੋਲੋ, ਆਪਣੀ ਬੁੱਢੀ ਮਾਂ ਦੇ ਨਾਲ ਬੋਲੋ, ਆਪਣੀ ਉਸ ਪਿਓ ਦੇ ਨਾਲ ਬੋਲੋ ਜਿਹੜਾ ਵਿਚਾਰਾ ਤੁਹਾਨੂੰ ਜਨਮ ਦੇ ਕੇ ਬੈਠਾ ਹੈ। ਜੇ ਤੁਹਾਡੇ ਘਰ ਦੇ ਵਿੱਚ ਇਹ ਬੰਦੇ ਹਨ ਤਾਂ ਤੁਸੀਂ ਵੈਰੀ ਲੱਕੀ ਹੋ। ਜਿਨ੍ਹਾਂ ਦੇ ਘਰ ਦੇ ਵਿੱਚ ਨਹੀਂ ਹੁੰਦੇ, ਉਹਨਾਂ ਤੋਂ ਪੁੱਛੋ ਜਿਨ੍ਹਾਂ ਦੇ ਘਰ ਵੱਡੇ ਵੱਡੇ ਘਰ ਹੈ ਲੇਕਿਨ ਘਰ ਖਾਲੀ ਪੜਾ ਹੈ। ਤਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਸਾਰੇ ਰਲ ਮਿਲ ਕੇ ਰੋਟੀ ਖਾਓ। ਦੇਖੋ, ਅੱਜ ਨਿਊਕਲੀਅਰ ਫੈਮਲੀਆਂ ਹੋ ਗਈਆਂ ਹਨ, ਆਪਾਂ ਹਰ ਆਪਣੇ ਆਪਣੇ ਕਮਰੇ ਦੇ ਵਿੱਚ ਜਾ ਕੇ ਬੈਠ ਜਾਂਦੇ ਹਾਂ ਜੀ, ਮੋਬਾਈਲ ਅਲੱਗ ਚੱਲ ਰਹੇ ਹੈ, ਟੀਵੀ ਅਲੱਗ ਚੱਲ ਰਹੇ ਹਨ, ਖਾਣਾ ਵੀ ਤੁਸੀਂ ਆਪਣੇ ਅਲੱਗ-ਅਲੱਗ ਕਮਰੇ ਦੇ ਵਿੱਚ ਖਾ ਰਹੇ ਹੋ। ਇਸ ਕਰਕੇ ਜਿਹੜੀਆਂ ਐਂਜ਼ਾਈਟੀਆਂ ਹਨ, ਜਿਹੜੀ ਡਿਪਰੈਸ਼ਨ ਹੈ, ਵੱਧਦਾ ਜਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਸਾਂਝਾ ਕਰਨ ਦੀ ਲੋੜ ਹੈ, ਸਾਂਝੇ ਰਹੋ। ਕੀ ਹੋ ਗਿਆ ਜੇ ਇੱਕ ਟੇਬਲ ਦੇ ਉੱਤੇ ਬੈਠ ਕੇ ਖਾ ਲੋਗੇ, ਇੱਕ ਥਾਂ ਤੇ ਬੈਠ ਕੇ ਖਾ ਲਓ, ਹੱਸੋ, ਆਪਣੇ ਘਰ ਦੇ ਵਿੱਚ ਮਾਹੌਲ ਬਣਾਓ, ਚੰਗੀਆਂ ਬਾਤਾਂ ਕਰੋ, ਚੰਗੇ ਸ਼ੋਅ ਦੇਖੋ, ਚੰਗਾ ਗਾਣਾ ਸੁਣ ਸਕਦੇ ਹੋ। ਤਾਂ ਇਹੀ ਤਾਂ ਜ਼ਿੰਦਗੀ ਹੈ ਮੇਰੇ ਭਾਈ, ਇਹੀ ਯਾਦ ਆਊਗਾ ਅੱਗੇ, ਹੋਰ ਕੁਝ ਯਾਦ ਨਹੀਂ ਆਉਣ ਲੱਗਾ। ਜੇ ਤੁਸੀਂ ਆਪਣੀ ਜ਼ਿੰਦਗੀ ਇਸ ਤਰੀਕੇ ਦੇ ਨਾਲ ਨਿਭਾਓਗੇ, ਕਦੇ ਡਿਪਰੈਸ਼ਨ, ਐਂਜ਼ਾਇਟੀ ਨਹੀਂ ਹੋ ਸਕਦੀ, ਕਿਉਂਕਿ ਇਨਸਾਨ ਆਪਣੀ ਗਲਤੀਆਂ ਕਰਕੇ ਜਿਹੜੀਆਂ ਚੀਜ਼ਾਂ ਹਨ, ਇਹਨਾਂ ਨੂੰ ਪ੍ਰੋਜੈਕਟ ਕਰਦਾ ਹੈ। ਸਵੇਰੇ ਉਠੋ, ਉਸ ਮਾਲਕ ਦਾ ਸ਼ੁਕਰੀਆ ਕਰੋ, ਸ਼ਾਮ ਨੂੰ ਸੋ, ਉਸ ਮਾਲਕ ਦਾ ਸ਼ੁਕਰੀਆ ਕਰੋ ਕਿ ਪ੍ਰਮਾਤਮਾ ਅੱਜ ਮੇਰੀ ਅੱਖ ਖੁੱਲੀ ਹੈ। ਪਤਾ ਨਹੀਂ ਕਿੰਨੇ ਲੋਕੀ ਸੀ ਜਿਹੜੇ ਰਾਤ ਨੂੰ ਸੋਏ ਸੀ ਲੇਕਿਨ ਅੱਜ ਉੱਠ ਨਹੀਂ ਪਾਏ, ਮੈਂ ਕਿੰਨਾ ਸੁਭਾਗਸ਼ਾਲੀ ਹਾਂ। ਉਹਦਾ ਸ਼ੁਕਰ ਕਰਕੇ ਤਾਂ ਵੇਖੋ, ਹਿੰਮਤ ਰੱਖੋ। ਕੋਈ ਨਾ, ਸਭ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ। ਮੈਂ ਵੀ ਬੈਠਾ ਹਾਂ ਤੁਹਾਡੇ ਅੱਗੇ, ਮੇਰੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਹਨ, ਲੇਕਿਨ ਰੋਜ਼ ਆਪਣੇ ਆਪ ਨੂੰ ਹਿੰਮਤ ਕਰਕੇ, ਆਪਣੇ ਆਪ ਨੂੰ ਸਟਰੋਂਗ ਬਣਾ ਕੇ, ਫਿਰ ਉਸ ਮਾਲਿਕ ਦੀ ਫੋਟੋ ਵੱਲ ਦੇਖ ਕੇ ਫਿਰ ਹੱਸਦਾ ਹੂੰ, ਫਿਰ ਆਪਣੀ ਸਮਾਈਲ ਕਰਦਾ ਹੂੰ, ਫਿਰ ਸੋਚਦਾ ਹੂੰ ਕੋਈ ਨਾ ਕਿਸੇ ਦਿਨ ਤਾਂ ਮੇਰਾ ਵੀ ਸੂਰਜ ਨਿਕਲੂਗਾ। ਸਾਨੂੰ ਸਾਰਿਆਂ ਨੂੰ ਆਪਣਾ ਸੋਚ ਵਿਚਾਰ ਕਰਕੇ ਆਪਣੇ ਆਪ ਨੂੰ ਖੁਸ਼ ਰੱਖਣਾ ਹੈ। ਖੁਸ਼ ਰਹੋ, ਜੀਵਨ ਦੇ ਵਿੱਚ ਹੱਸੋ, ਆਪਣਾ ਭਜਨ ਸਿਮਰਨ ਕਰੋ, ਫਿਰ ਉਹਦੀ ਜ਼ਿੰਮੇਵਾਰੀ ਹੈ। ਦੇਖੋ, ਅੱਜ ਆਪਾਂ ਆਪਣੀ ਸੋਚ ਕਰਕੇ ਸੋਚਦੇ ਆ ਕਿ ਮੇਰੀ ਸੋਚ ਕਰਕੇ ਹੋਵੇਗਾ, ਨਹੀਂ ਹੋ ਸਕਦਾ ਮੇਰੇ ਭਾਈ, ਨਹੀਂ ਹੋ ਸਕਦਾ। ਉਹਦੇ ਹੱਥ ਦੀ ਕਠਪੁਤਲੀਆਂ ਹਨ, ਉਹ ਜਿਵੇਂ ਸਾਨੂੰ ਚਲਾਊਗਾ, ਸਾਨੂੰ ਚੱਲਣਾ ਹੈ। ਲੇਕਿਨ ਉਸ ਮਾਲਿਕ ਤੋਂ ਆਪਾਂ ਰਹਿਮ ਦੀ ਭੀਖ ਮੰਗ ਸਕਦੇ ਹਾਂ ਕਿ ਪਰਮਾਤਮਾ ਬਖਸ਼ ਲੈ, ਬਖਸ਼ ਲੈ। ਇਹ ਸਾਡੇ ਮੂੰਹ ਤੋਂ ਨਿਕਲਣਾ ਚਾਹੀਦਾ ਹੈ ਕਿ ਮਾਲਿਕ, ਮੈਂ ਲਾਇਕ ਨਹੀਂ ਹਾਂ ਕਿਸੇ ਵੀ ਚੀਜ਼ ਦਾ, ਮੈਨੂੰ ਤੂੰ ਬਿਠਾ, ਮੈਨੂੰ ਭਜਨ ਸਿਮਰਨ ਕਰਵਾ ਤੇ ਮੈਨੂੰ ਇੱਕ ਚੰਗਾ ਇਨਸਾਨ ਬਣਾ। ਇਹੀ ਆਪਾਂ ਉਸ ਤੋਂ ਮੰਗਾਂਗੇ, ਉਸ ਦੇ ਅੱਗੇ ਬੇਨਤੀ ਕਰਾਂਗੇ, ਉਹ ਜ਼ਰੂਰ ਸੁਣੂਗਾ। ਉਹ ਸਾਡਾ ਬਾਪ ਹੈ ਤੇ ਆਪਾਂ ਉਹਦੇ ਬੱਚੇ। ਤੇ ਸਾਨੂੰ ਇਸ ਚੀਜ਼ ਤੋਂ ਪ੍ਰੇਰਣਾ ਲੈਣੀ ਹੈ, ਆਪਣੇ ਘਰ ਦੇ ਵਿੱਚ ਸੁਖ ਰਹਿਣਾ ਹੈ। ਆਪਣੇ ਬੱਚਿਆਂ ਦੇ ਨਾਲ ਗੱਲ ਕਰੋ, ਆਪਣੇ ਪੜੋਸੀਆਂ ਦੇ ਨਾਲ ਕਰੋ, ਕਿਸੇ ਦੇ ਨਾਲ ਮਾੜਾ ਨਹੀਂ ਬੋਲਣਾ, ਕਿਸੇ ਕੰਟਰੋਵਰਸੀ ਦੇ ਵਿੱਚ ਨਹੀਂ ਫਸਣਾ। ਆਪਣੇ ਆਪ ਨੂੰ ਸਿਰਫ ਦੁਨੀਆ ਦੇ ਲਈ ਹੱਸਦੇ ਹੱਸਦੇ ਰਹੋ, ਔਰ ਹੱਸਦੇ ਹੱਸਦੇ ਹੀ ਆਪਾਂ ਨੇ ਸਾਰਿਆਂ ਨੇ ਇੱਥੋਂ ਇੱਕ ਦਿਨ ਇਸ ਫਿਲਮ ਨੂੰ ਪੂਰੀ ਕਰਕੇ ਚਲੇ ਜਾਣਾ ਹੈ। ਉਸ ਮਾਲਿਕ ਦੇ ਦਰਵਾਜ਼ੇ ਜਦ ਆਪਾਂ ਜਾਵਾਂਗੇ, ਸਾਡੀਆਂ ਅੱਖਾਂ ਨੀਚੀ ਨਹੀਂ ਹੋਣੀ ਚਾਹੀਦੀਆਂ ਹਨ, ਸਾਡੇ ਅੱਖਾਂ ਦੇ ਵਿੱਚ ਉਹ ਨੂਰ ਹੋਣਾ ਚਾਹੀਦਾ ਹੈ
ਤੇ ਉਹ ਮਾਲਕ ਸਾਨੂੰ ਗੜ ਲਾਵੇਗਾ, ਜਿਉਂਦੇ ਜੀ ਵੀ ਗੜ ਲਾਵੇਗਾ ਤੇ ਉੱਥੇ ਵੀ ਗੜ ਲਾਵੇਗਾ। ਤੇ ਇੱਕ ਚੀਜ਼ ਦਾ ਧਿਆਨ ਰੱਖੋ, ਜੇ ਆਪਾਂ ਉਸ ਦੇ ਬਤਾਈ ਹੋਈ ਕਮਾਈ ਕਰਾਂਗੇ, ਉਸ ਦੇ ਬਤਾਏ ਹੋਏ ਰਸਤੇ ਦੇ ਉੱਤੇ ਚੱਲਾਂਗੇ, ਭਜਨ ਸਿਮਰਨ ਕਰਾਂਗੇ, ਉਹਦੇ ਲਈ ਟਾਈਮ ਕੱਢਾਂਗੇ, ਉਹ ਸਾਡਾ ਸਵਾਰਥ ਵੀ ਬਣਾਊਗਾ, ਉਹ ਸਾਡਾ ਪਰਮਾਰਥ ਵੀ ਬਣਾਊਗਾ। ਲੇਕਿਨ ਕਰਨ ਦੀ ਲੋੜ ਹੈ। ਆਪਾਂ ਕਰਾਂਗੇ, ਸਾਰੇ ਰਲ ਮਿਲ ਕੇ ਕਰਾਂਗੇ, ਇਕੱਠੇ ਹੋ ਕੇ ਚੰਗੇ ਇਨਸਾਨ ਬਣਾਂਗੇ ਤੇ ਉਸ ਮਾਲਿਕ ਦੇ ਦਰਵਾਜ਼ੇ ਤੇ ਜਾ ਕੇ ਉਸ ਨੂੰ ਵੀ ਖੁਸ਼ ਕਰਾਂਗੇ, ਆਪਣੇ ਆਪ ਨੂੰ ਵੀ ਖੁਸ਼ ਕਰਾਂਗੇ। ਰਾਧਾ ਸੁਆਮੀ ਜੀ। मेरे सतगुरु मिलेंगे, पूछेंगे कुछ बात, आद अंत की सब कहूँ और अंतर की बात।